ਪੰਜਾਬੀ ਇੱਕ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਤੱਕ ਦੀ ਵੱਡੀ ਖਬਰ, ਭਗਵੰਤ ਮਾਨ ਸਰਕਾਰ ਭ੍ਰਿਸ਼ਟਾਚਾਰ ਖਿਲਾਫ ਲਗਾਤਾਰ ਐਕਸ਼ਨ ਵਿੱਚ ਦਿਖਾਈ ਦੇ ਰਹੀ ਹੈ। ਮਾਨ ਸਰਕਾਰ ਨੇ ਭ੍ਰਿਸ਼ਟਾਚਾਰ ਖਿਲਾਫ ਇੱਕ ਹੋਰ ਵੱਡਾ ਐਕਸ਼ਨ ਲਿਆ ਹੈ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਾਰਵਾਈ ਕਰਦਿਆਂ ਤਰਨਤਾਰਨ ਜ਼ਿਲ੍ਹੇ ਦੇ ਸਿੱਖਿਆ ਅਫਸਰ ਨੂੰ ਸਸਪੈਂਡ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਦੱਸ ਦਈਏ ਇਹ ਕਾਰਵਾਈ ਗ੍ਰਾਂਟਾਂ ਵਿੱਚ ਹੇਰਾਫੇਰੀ ਕਰਨ ਤੇ ਕੀਤੀ ਗਈ ਹੈ। ਡੀਈਓ ਨੇ ਬੱਚਿਆਂ ਨੂੰ ਦਿੱਤੀ ਜਾਣ ਵਾਲੀਆਂ ਵਰਦੀਆਂ ਦੀ ਖਰੀਦ ਦੇ ਸਬੰਧ ਵਿੱਚ ਸਰਕਾਰ ਦੇ ਆਦੇਸ਼ ਦੀ ਪਾਲਣਾ ਨਹੀਂ ਕੀਤੀ। ਇਸ ਸੰਬੰਧੀ ਪ੍ਰਮੁੱਖ ਸਕੱਤਰ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਪੰਜਾਬ ਸਿਵਲ ਸੇਵਾਵਾਂ ਨਿਯਮਾਵਲੀ 1970 ਤਹਿਤ ਕਾਰਵਾਈ ਕੀਤੀ ਗਈ ਹੈ। ਮੁਅੱਤਲੀ ਦੌਰਾਨ ਉਸ ਦਾ ਸਟੇਸ਼ਨ ਜਲੰਧਰ ਰਹੇਗਾ ਤੇ ਉਸ ਨੂੰ ਇਸ ਸਮੇਂ ਦੌਰਾਨ ਤੈਅਸ਼ੁਦਾ ਮਾਣ ਭੱਤਾ ਹੀ ਮਿਲਣਯੋਗ ਹੋਵੇਗਾ। ਪੰਜਾਬ ਦਾ ਬਜਟ ਸੈਸ਼ਨ 3 ਮਾਰਚ ਤੋਂ ਸ਼ੁਰੂ ਹੋਣ ਦੇ ਆਸਾਰ ਹਨ। ਇਸ ਦੇ ਮੱਦੇਨਜ਼ਰ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਇਸ ਮੀਟਿੰਗ ਦੌਰਾਨ ਬਜਟ ਸੈਸ਼ਨ ਬਾਰੇ ਫੈਸਲਾ ਲਿਆ ਜਾ ਸਕਦਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ 2023-24 ਦਾ ਬਜਟ 9 ਮਾਰਚ ਨੂੰ ਪੇਸ਼ ਕੀਤੇ ਜਾਣ ਦੀ ਵਿਉਂਤਬੰਦੀ ਬਣ ਰਹੀ ਹੈ, ਜੋ ਕਿ 5 ਦਿਨਾਂ ਦਾ ਹੋ ਸਕਦਾ ਹੈ। ਬੇਸ਼ੱਕ ਪੰਜਾਬ ਸਰਕਾਰ ਵੱਲੋਂ ਬਜਟ ਸੈਸ਼ਨ ਬਾਰੇ ਆਖਰੀ ਫੈਸਲਾ ਕੈਬਨਿਟ ਮੀਟਿੰਗ ਦੌਰਾਨ ਲਿਆ ਜਾਣਾ ਹੈ, ਪਰ ਸੂਬਾ ਸਰਕਾਰ ਮਾਰਚ ਦੇ ਪਹਿਲੇ ਹਫ਼ਤੇ ਤੋਂ ਹੀ ਬਜਟ ਸੈਸ਼ਨ ਬੁਲਾਉਣ ਦੇ ਰੋਹ ਵਿੱਚ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪਿਛਲੇ ਕਈ ਦਿਨਾਂ ਤੋਂ ਬਜਟ ਦੀ ਤਿਆਰੀ 'ਚ ਜੁਟੇ ਹੋਏ ਹਨ ਅਤੇ ਵਿੱਤ ਮਹਿਕਮੇ ਦੀਆਂ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਮੁੱਖ ਮੰਤਰੀ ਤੇ ਰਾਜਪਾਲ ਦਰਮਿਆਨ ਬਣੇ ਟਕਰਾਅ ਕਰਕੇ ਬਜਟ ਸੈਸ਼ਨ ਇਸ ਵਾਰ ਹੰਗਾਮਾ ਭਰਪੂਰ ਬਣੇ ਰਹਿਣ ਦੇ ਆਸਾਰ ਦਿਖਾਈ ਦੇ ਰਹੇ ਹਨ। ਵਿਜੀਲੈਂਸ ਨੇ ਆਮ ਆਦਮੀ ਪਾਰਟੀ ਦੇ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਦੇ ਪੀਏ ਰੇਸ਼ਮ ਗਰਗ ਨੂੰ 4 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਮਹਿਲਾ ਸਰਪੰਚ ਦੇ ਪਤੀ ਤੋਂ ਕਥਿਤ ਤੌਰ ਤੇ 4 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ਾਂ ਤਹਿਤ ਵਿਜੀਲੈਂਸ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਦੇ ਪੀਏ ਰੇਸ਼ਮ ਗਰਗ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਤੇ ਹੁਣ ਵਿਜੀਲੈਂਸ ਵੱਲੋਂ ਇਸ ਮਾਮਲੇ ਵਿੱਚ ਵਿਧਾਇਕ ਅਮਿਤ ਰਤਨ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਵਿਧਾਇਕ ਅਮਿਤ ਰਤਨ ਦੇ ਪੀਏ ਰੇਸ਼ਮ ਗਰਗ ਨੇ ਪਿੰਡ ਘੁੱਡਾ ਦੇ ਸਰਪੰਚ ਤੋਂ ਬਿੱਲ ਪਾਸ ਕਰਵਾਉਣ ਦੇ ਬਦਲੇ 4 ਲੱਖ ਰੁਪਏ ਰਿਸ਼ਵਤ ਲੈਣ ਦੀ ਮੰਗ ਕੀਤੀ ਸੀ। ਬਲਾਕ ਵਿਕਾਸ ਪੰਚਾਇਤ ਅਫਸਰ ਇਹ ਰਾਸ਼ੀ ਜਾਰੀ ਕਰਦਾ ਸੀ, ਪਰ ਵਿਧਾਇਕ ਦੇ ਕਥਿਤ ਦਬਾਅ ਕਾਰਨ ਉਹ ਰਾਸ਼ੀ ਨਹੀਂ ਦੇ ਰਿਹਾ, ਜਿਸ ਤੋਂ ਬਾਅਦ ਵਿਜੀਲੈਂਸ ਟੀਮ ਨੇ ਸਰਪੰਚ ਦੀ ਸ਼ਿਕਾਇਤ ਤੇ ਪੰਜਾਬ ਦੇ ਛੋਟੇ ਸ਼ਹਿਰਾਂ ਦੇ ਵਾਸੀਆਂ ਲਈ ਖੁਸ਼ਖਬਰੀ ਹੈ। ਪੰਜਾਬ ਸਰਕਾਰ ਜਲਦ ਹੀ ਛੋਟੇ ਸ਼ਹਿਰਾਂ ਨੂੰ ਵੱਡਾ ਤੋਹਫਾ ਦੇਣ ਜਾ ਰਹੀ ਹੈ। ਛੋਟੇ ਸ਼ਹਿਰਾਂ ਵਿੱਚ ਨਵੀਆਂ ਅਰਬਨ ਸਟੇਟ ਬਣਾਈਆਂ ਜਾਣਗੀਆਂ। ਇਸ ਲਈ ਸਰਕਾਰ ਵੱਲੋਂ ਬਕਾਇਦਾ ਜ਼ਮੀਨਾਂ ਦੀ ਸ਼ਨਾਖਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਰਕਾਰ ਦੇ ਇਸ ਫੈਸਲੇ ਨਾਲ ਛੋਟੇ ਸ਼ਹਿਰਾਂ ਅੰਦਰ ਪਲੈਨਿੰਗ ਤਹਿਤ ਵਿਕਾਸ ਹੋਵੇਗਾ। ਇਸ ਤੋਂ ਪਹਿਲਾਂ ਵੱਡੇ ਸ਼ਹਿਰਾਂ ਅੰਦਰ ਹੀ ਅਰਬਨ ਸਟੇਟ ਬਣਾਈਆਂ ਗਈਆਂ ਹਨ। ਇਸ ਲਈ ਪੰਜਾਬ ਸਰਕਾਰ ਦੀ ਇਸ ਪਹਿਲ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਇਸ ਬਾਰੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਛੋਟੇ ਸ਼ਹਿਰਾਂ ਵਿੱਚ ਨਵੀਆਂ ਅਰਬਨ ਸਟੇਟ ਵਿਕਸਿਤ ਕਰਨ ਲਈ ਜ਼ਮੀਨਾਂ ਦੀ ਸ਼ਨਾਖਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਹਨਾਂ ਨੇ ਮਨਜ਼ੂਰਸ਼ੁਦਾ ਕਲੋਨੀਆਂ ਵਿੱਚ ਸਹੂਲਤਾਂ ਯਕੀਨੀ ਬਣਾਉਣ ਲਈ ਜਾਇਜ਼ਾ ਲੈਣ ਵਾਸਤੇ ਟੀਮਾਂ ਭੇਜਣ ਲਈ ਵੀ ਕਿਹਾ ਹੈ। ਇਸ ਦੌਰਾਨ ਅਮਨ ਅਰੋੜਾ ਨੇ ਕਿਹਾ ਕਿ ਗੈਰ ਕਾਨੂੰਨੀ ਕਲੋਨੀਆਂ ਤੇ ਅਨਅਧਿਕਾਰਤ ਉਸਾਰੀਆਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਹੋਣਗੀਆਂ। ਆਸ਼ੀਰਵਾਦ ਸਕੀਮ ਦੇ ਲਾਭਪਾਤਰੀਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ। ਮਾਰਚ 2022 ਤੋਂ ਜਨਵਰੀ 2023 ਤੱਕ ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ ਤੇ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ ਕੁੱਲ 5199 ਲਾਭਪਾਤਰੀਆਂ ਲਈ 25,596.39 ਲੱਖ ਰੁਪਏ ਦੀ ਵਿੱਤੀ ਸਹਾਇਤਾ ਜਲਦ ਹੀ ਜਾਰੀ ਕੀਤੀ ਜਾਵੇਗੀ। ਇਸ ਦਾ ਪ੍ਰਗਟਾਵਾ ਸਮਾਜਿਕ ਨਿਆਂ ਤੇ ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਕੀਤਾ ਹੈ। ਕੈਬਨਿਟ ਮੰਤਰੀ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਰਾਜ ਵਿੱਚ ਆਸ਼ੀਰਵਾਦ ਸਕੀਮ ਤਹਿਤ ਮਾਰਚ 2022 ਤੋਂ ਅਨੁਸੂਚਿਤ ਜਾਤੀਆਂ ਦੇ 21,622 ਲਾਭਪਾਤਰੀਆਂ, ਪਛੜੀਆਂ ਸ਼੍ਰੇਣੀਆਂ ਤੇ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ 13,385 ਲਾਭਪਾਤਰੀਆਂ ਦੀਆਂ ਦਰਖਾਸਤਾਂ ਪੈਂਡਿੰਗ ਸਨ, ਜਿਨ੍ਹਾਂ ਦੀ ਕੁੱਲ 17,849.37 ਲੱਖ ਰੁਪਏ ਦੀ ਦੇਣਦਾਰੀ ਬਣਦੀ ਸੀ। ਮੌਜੂਦਾ ਸਰਕਾਰ ਵੱਲੋਂ ਫਰਵਰੀ 2022 ਤੱਕ ਕੁੱਲ 35,047 ਲਾਭਪਾਤਰੀਆਂ ਨੂੰ 17,849.37 ਲੱਖ ਰੁਪਏ ਦਾ ਲਾਭ ਦੇ ਦਿੱਤਾ ਗਿਆ ਹੈ। ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕੁਝ ਆਰਟੀਏ ਦਫ਼ਤਰਾਂ ਵਿੱਚ ਲੋਕਾਂ ਦੀ ਖੱਜਲ ਖੁਆਰੀ ਦੀਆਂ ਸ਼ਿਕਾਇਤਾਂ ਦਾ ਗੰਭੀਰ ਨੋਟਿਸ ਲੈਂਦਿਆਂ ਅਜਿਹੇ ਮੁਲਾਜ਼ਮਾਂ ਨੂੰ ਬਾਜ਼ ਆਉਣ ਦੀ ਤਾਕੀਦ ਕੀਤੀ ਹੈ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਨੂੰ ਨਿਰਵਿਘਨ, ਖੱਜਲ ਖੁਆਰੀ ਮੁਕਤ ਤੇ ਪਾਰਦਰਸ਼ੀ ਢੰਗ ਨਾਲ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਹਨਾਂ ਨੇ ਕਿਹਾ ਕਿ ਇਹ ਆਮ ਲੋਕਾਂ ਦੀ ਸਰਕਾਰ ਹੈ ਤੇ ਲੋਕਾਂ ਨੂੰ ਖੱਜਲ ਖੁਆਰ ਕਰਨ ਵਾਲੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ। ਸਟੇਟ ਟਰਾਂਸਪੋਰਟ ਕਮਿਸ਼ਨਰ ਨੂੰ ਆਰਟੀਏ ਦਫ਼ਤਰਾਂ ਦੀ ਨਿਰੰਤਰ ਅਚਨਚੇਤ ਚੈਕਿੰਗ ਦੀ ਹਦਾਇਤ ਕੀਤੀ। ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਉਹਨਾਂ ਨੂੰ ਕਈ ਆਰਟੀਏ ਦਫ਼ਤਰਾਂ ਵਿੱਚ ਲੋਕਾਂ ਨੂੰ ਖੱਜਲ ਖੁਆਰੀ ਕਰਨ ਦੀਆਂ ਖਬਰਾਂ ਮਿਲੀਆਂ ਹਨ। ਉਹਨਾਂ ਨੇ ਅਜਿਹੇ ਮੁਲਾਜ਼ਮਾਂ ਨੂੰ ਆਪਣੇ ਕੰਮ ਵਿੱਚ ਸੁਧਾਰ ਲਿਆਉਣ ਲਈ ਸਖਤ ਤਾੜਨਾ ਕੀਤੀ ਹੈ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਭੈ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣਾ ਮਾਨ ਸਰਕਾਰ ਦੀ ਮੁੱਖ ਤਰਜੀਹ ਹੈ। ਇਸ ਦੇ ਨਾਲ ਹੀ ਉਹਨਾਂ ਨੇ ਪ੍ਰਮੁੱਖ ਸਕੱਤਰ ਵਿਕਾਸ ਗਰਗ ਨੂੰ ਨਿਰਦੇਸ਼ ਦਿੱਤੇ ਕਿ
ਕਿ ਆਰਟੀਏ ਦਫ਼ਤਰਾਂ ਵਿੱਚ ਕੰਮ ਕਰਵਾਉਣ ਆਉਂਦੇ ਲੋਕਾਂ ਦੀਆਂ ਸ਼ਿਕਾਇਤਾਂ ਤੇ ਤੁਰੰਤ ਗੌਰ ਕੀਤਾ ਜਾਵੇ ਅਤੇ ਗਲਤ ਪਾਏ ਗਏ ਮੁਲਾਜ਼ਮਾਂ ਦੀ ਸ਼ਨਾਖਤ ਕਰਕੇ ਉਹਨਾਂ ਵਿਰੁੱਧ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇ। ਆਮ ਆਦਮੀ ਪਾਰਟੀ ਨੇ ਕਾਂਗਰਸ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਤੇ ਨਿਸ਼ਾਨਾ ਬਿੰਦਿਆਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਵਾਰ ਫਿਰ ਭਾਜਪਾ ਦੀ ਬੋਲੀ ਬੋਲ ਕੇ ਆਪਣਾ ਪੰਜਾਬ ਵਿਰੋਧੀ ਪੱਖ ਪੇਸ਼ ਕੀਤਾ ਹੈ। ਉਹਨਾਂ ਨੇ ਕਿਹਾ ਕਿ ਜਿਵੇਂ ਸ਼ਕਤੀਮਾਨ ਹੀ ਗੰਗਾਧਰ ਹੈ ਉਵੇਂ ਪ੍ਰਤਾਪ ਬਾਜਵਾ ਹੀ ਪ੍ਰਤਾਪ ਭਾਜਪਾ ਹੈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਇੱਕ ਪਾਸੇ ਕਾਂਗਰਸ ਦੇ ਕੌਮੀ ਆਗੂ ਦੇਸ਼ ਵਿੱਚ ਸ਼ਾਮਿਲ ਹੋਣ, ਰਾਜ ਦੀਆਂ ਸ਼ਕਤੀਆਂ ਵਧਾਉਣ ਅਤੇ ਸੰਘੀ ਢਾਂਚੇ ਨੂੰ ਮਜ਼ਬੂਤ ਕਰਨ ਦੀਆਂ ਗੱਲਾਂ ਕਰਦੇ ਹਨ ਤੇ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਰਾਜਪਾਲ ਦਾ ਪੱਖ ਲੈ ਰਹੇ ਹਨ। ਸ਼ਾਇਦ ਉਹ ਭੁੱਲ ਗਏ ਹਨ ਕਿ ਇਸ ਰਾਜਪਾਲ ਦੇ ਅਹੁਦੇ ਦੀ ਦੁਰਵਰਤੋਂ ਕਰਕੇ ਭਾਜਪਾ ਨੇ ਅਰੁਣਾਚਲ ਪ੍ਰਦੇਸ਼, ਮਹਾਰਾਸ਼ਟਰ, ਗੋਆ, ਮੱਧ ਪ੍ਰਦੇਸ਼ ਅਤੇ ਕਰਨਾਟਕ ਵਿੱਚ ਕਾਂਗਰਸ ਦੀਆਂ ਸਰਕਾਰਾਂ ਨੂੰ ਡੇਗ ਦਿੱਤਾ ਜਾਂ ਬਹੁਮਤ ਹੋਣ ਦੇ ਬਾਵਜੂਦ ਸਰਕਾਰ ਨਹੀਂ ਬਣਨ ਦਿੱਤੀ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਤੇ ਵੱਡੇ ਸਵਾਲ ਖੜੇ ਕੀਤੇ ਹਨ। ਮਜੀਠੀਆ ਨੇ ਮੰਗ ਕੀਤੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਬਾਹਰੋਂ ਰੇਤਾ ਤੇ ਬਜਰੀ ਲੈ ਕੇ ਆਉਣ ਵਾਲੇ ਵਾਹਨਾਂ ਤੋਂ ਲਈ ਜਾਂਦੀ ਰਾਇਲਟੀ 'ਚ 400 ਕਰੋੜ ਰੁਪਏ ਦੇ ਘਪਲੇ ਦੀ CBI ਜਾਂਚ ਕਰਵਾਈ ਜਾਵੇ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਆਪ ਸਰਕਾਰ ਨੇ ਪਿਛਲੀ ਕਾਂਗਰਸ ਸਰਕਾਰ ਨਾਲ ਜੁੜ ਰਹੇ 2 ਰੇਤ ਮਾਈਨਿੰਗ ਮਾਫੀਆ ਦੇ ਠੇਕੇ ਰੱਦ ਹੋਣ ਦੇ 1 ਮਹੀਨੇ ਅੰਦਰ ਹੀ ਰੀਨਿਊ ਕਰ ਦਿੱਤੇ। ਅਕਾਲੀ ਆਗੂ ਨੇ ਮੁੱਖ ਮੰਤਰੀ ਤੇ ਅਰਵਿੰਦ ਕੇਜਰੀਵਾਲ ਨਾਲ ਮਿਲ ਕੇ ਰਾਇਲਟੀ ਘੁਟਾਲੇ ਦੀ ਅਗਵਾਈ ਕਰਨ ਦਾ ਦੋਸ਼ ਲਾਉਂਦਿਆਂ ਰਸੀਦਾਂ ਵਿਖਾਈਆਂ ਕਿ ਕਿਵੇਂ ਸਰਕਾਰ ਵੱਲੋਂ 7 ਰੁਪਏ ਕਿਊਬਿਕ ਫੁੱਟ ਰਾਇਲਟੀ ਲੈਣ ਦਾ ਐਲਾਨ ਕਰਨ ਦੇ ਬਾਵਜੂਦ ਸਿਰਫ ਨਾਮਾਤਰ ਪੈਸੇ ਦੀਆਂ ਰਸੀਦਾਂ ਕੱਟੀਆਂ ਜਾ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਆਪ ਵੱਲੋਂ ਅੰਤਰਰਾਜੀ ਵਾਹਨਾਂ ਤੋਂ ਵਸੂਲੇ ਜਾ ਰਹੇ ਪੈਸੇ ਵਿੱਚ ਘਪਲਾ ਕੀਤਾ ਜਾ। ਅਕਾਲੀ ਆਗੂ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਆਪ ਸਰਕਾਰ ਨੇ ਪਿਛਲੇ 11 ਮਹੀਨਿਆਂ ਤੋਂ ਮਾਈਨਿੰਗ ਨੀਤੀ ਦਾ ਐਲਾਨ ਜਾਣਬੁੱਝ ਕੇ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਇਹ ਮਾਈਨਿੰਗ ਮਾਫੀਆ ਨਾਲ ਸੌਦਾ ਕਰਨਾ ਚਾਹੁੰਦੀ ਸੀ ਜੋ ਹੁਣ ਕਰ ਲਿਆ ਗਿਆ ਹੈ। ਮੈਂ ਤੁਹਾਨੂੰ ਇੱਕ ਬੜਾ ਸਪਸ਼ਟ ਦੱਸ ਦੂੰਗਾ, ਭ੍ਰਿਸ਼ਟਾਚਾਰ ਇਹ ਸਰਕਾਰ ਸਾਡੇ ਮੁੱਖ ਮੰਤਰੀ ਸਾਹਿਬ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ। ਤੁਸੀਂ ਦੇਖਿਆ ਕਿ ਚਾਹੇ ਉਹ ਮੰਤਰੀ ਹੋਣ, ਚਾਹੇ MLA ਹੋਣ, ਚਾਹੇ ਦੂਜੀ ਪਾਰਟੀਆਂ ਦੇ ਹੋਣ, ਚਾਹੇ ਸਾਡੇ ਹੋਣ, ਕਿਸੇ ਨੂੰ ਨਹੀਂ ਬਖਸ਼ਿਆ ਗਿਆ, ਕੋਈ ਅਫਸਰ ਹੋਵੇ, IAS ਹੋਵੇ। ਤੇ ਉੱਦਾਂ ਹੀ ਸਿੱਖਿਆ ਮਹਿਕਮਾ ਬਹੁਤ ਪਾਵਨ ਪਵਿੱਤਰ ਮਹਿਕਮਾ, ਇਹਦੇ ਵਿੱਚ ਤਾਂ ਬਿਲਕੁਲ ਹੀ ਕਿਸੇ ਵੀ ਤਰੀਕੇ ਨਾਲ ਕੋਈ ਵੀ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਊਗਾ। ਬਹੁਤ ਲੰਬੇ ਸਮੇਂ ਤੋਂ ਕੰਪਲੇਂਟਾਂ ਤਰਨਤਾਰਨ ਜ਼ਿਲ੍ਹੇ ਦੇ ਵਿੱਚੋਂ ਆ ਰਹੀਆਂ ਸੀ, ਵਰਦੀਆਂ ਦੇ ਵਿੱਚੋਂ ਵੀ ਤੇ ਗ੍ਰਾਂਟਾਂ ਦੇ ਵਿੱਚੋਂ ਵੀ, ਤੇ ਇਹ ਇੱਕ ਵਾਰਨਿੰਗ ਹੈ। ਅਸੀਂ ਉਹ ਵਾਲਾ ਮਸਲਾ ਜਿਹੜਾ ਹੈ ਵਿਜੀਲੈਂਸ ਨੂੰ ਵੀ ਭੇਜਤਾ, ਪਲੱਸ ਪੂਰੇ ਪੰਜਾਬ ਦੇ ਵਿੱਚ ਮੈਂ ਸਾਰੇ ਆਪਣੇ ਸਿੱਖਿਆ ਮਹਿਕਮੇ ਦੇ ਅਫਸਰਾਂ ਨੂੰ ਕਹਿਣਾ ਚਾਹੂੰਗਾ ਕਿ ਸਾਡੀ ਸਰਕਾਰ ਦੇ ਲਈ ਸਿੱਖਿਆ ਸਭ ਤੋਂ ਅਹਿਮ ਹੈ। 1 ਰੁਪਏ ਦੀ ਵੀ ਹੇਰਾਫੇਰੀ ਬਰਦਾਸ਼ਤ ਨਹੀਂ ਕਰਾਂਗੇ। ਇਸ ਕਰਕੇ ਇਹ ਇੱਕ ਐਜ਼ ਅ ਸਬਕ ਜਿਹੜਾ ਹੈ, ਬਹੁਤ ਲੰਬੇ ਸਮੇਂ ਤੋਂ ਕੰਪਲੇਂਟਾਂ ਆ ਕੇ ਵੈਰੀਫਾਈ ਕਰਨ ਤੋਂ ਬਾਅਦ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ, ਪਲੱਸ ਵਿਜੀਲੈਂਸ ਦੇ ਜਾਂਚ ਦੇ ਹੁਕਮ ਵੀ ਦਿੱਤੇ। ਸਰ ਤਰਨਤਾਰਨ ਦੇ DO ਨੂੰ ਸਸਪੈਂਡ ਕੀਤਾ ਕਾਰਨ? ਹਾਂਜੀ, ਮੈਂ ਤੁਹਾਨੂੰ ਇੱਕ ਬੜਾ ਸਪਸ਼ਟ ਦੱਸ ਦੂੰਗਾ, ਭ੍ਰਿਸ਼ਟਾਚਾਰ ਇਹ ਸਰਕਾਰ ਸਾਡੇ ਮੁੱਖ ਮੰਤਰੀ ਸਾਹਿਬ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ। ਤੁਸੀਂ ਦੇਖਿਆ ਕਿ ਚਾਹੇ ਉਹ ਮੰਤਰੀ ਹੋਣ, ਚਾਹੇ MLA ਹੋਣ, ਚਾਹੇ ਦੂਜੀ ਪਾਰਟੀਆਂ ਦੇ ਹੋਣ, ਚਾਹੇ ਸਾਡੇ ਹੋਣ, ਕਿਸੇ ਨੂੰ ਨਹੀਂ ਬਖਸ਼ਿਆ ਗਿਆ, ਕੋਈ ਅਫਸਰ ਹੋਵੇ, IAS ਹੋਵੇ। ਤੇ ਉੱਦਾਂ ਹੀ ਸਿੱਖਿਆ ਮਹਿਕਮਾ ਬਹੁਤ ਪਾਵਨ ਪਵਿੱਤਰ ਮਹਿਕਮਾ, ਇਹਦੇ ਵਿੱਚ ਤਾਂ ਬਿਲਕੁਲ ਹੀ ਕਿਸੇ ਵੀ ਤਰੀਕੇ ਨਾਲ ਕੋਈ ਵੀ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਊਗਾ। ਬਹੁਤ ਲੰਬੇ ਸਮੇਂ ਤੋਂ ਕੰਪਲੇਂਟਾਂ ਤਰਨਤਾਰਨ ਜ਼ਿਲ੍ਹੇ ਦੇ ਵਿੱਚੋਂ ਆ ਰਹੀਆਂ ਸੀ, ਵਰਦੀਆਂ ਦੇ ਵਿੱਚੋਂ ਵੀ ਤੇ ਗ੍ਰਾਂਟਾਂ ਦੇ ਵਿੱਚੋਂ ਵੀ, ਤੇ ਇਹ ਇੱਕ ਵਾਰਨਿੰਗ ਹੈ। ਅਸੀਂ ਉਹ ਵਾਲਾ ਮਸਲਾ ਜਿਹੜਾ ਹੈ ਵਿਜੀਲੈਂਸ ਨੂੰ ਵੀ ਭੇਜਤਾ, ਪਲੱਸ ਪੂਰੇ ਪੰਜਾਬ ਦੇ ਵਿੱਚ ਮੈਂ ਸਾਰੇ ਆਪਣੇ ਸਿੱਖਿਆ ਮਹਿਕਮੇ ਦੇ ਅਫਸਰਾਂ ਨੂੰ ਕਹਿਣਾ ਚਾਹੂੰਗਾ ਕਿ ਸਾਡੀ ਸਰਕਾਰ ਦੇ ਲਈ ਸਿੱਖਿਆ ਸਭ ਤੋਂ ਅਹਿਮ ਹੈ। 1 ਰੁਪਏ ਦੀ ਵੀ ਹੇਰਾਫੇਰੀ ਬਰਦਾਸ਼ਤ ਨਹੀਂ ਕਰਾਂਗੇ। ਇਸ ਕਰਕੇ ਇਹ ਇੱਕ ਐਜ਼ ਅ ਸਬਕ ਜਿਹੜਾ ਹੈ, ਬਹੁਤ ਲੰਬੇ ਸਮੇਂ ਤੋਂ ਕੰਪਲੇਂਟਾਂ ਆ ਕੇ ਵੈਰੀਫਾਈ ਕਰਨ ਤੋਂ ਬਾਅਦ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ, ਪਲੱਸ ਵਿਜੀਲੈਂਸ। ਪਿਛਲੀ ਵਾਰੀ ਪੰਜਾਬ ਦੇ ਵਿੱਚ ਰਿਕਾਰਡ ਤੋੜ ਬਿਜਲੀ ਮਿਲੀ ਜੀ, 14,311 ਮੈਗਾਵਾਟ। ਕਦੀ ਬਿਜਲੀ ਮਿਲੀ ਸੀਗੀ ਪੰਜਾਬ ਦੇ ਵਿੱਚ? ਪੰਜਾਬ ਦੇ ਐਗਰੀਕਲਚਰ ਸੈਕਟਰ ਨੂੰ, ਡੋਮੈਸਟਿਕ ਨੂੰ, ਇੰਡਸਟਰੀ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਬਿਜਲੀ ਦੀ ਕਮੀ ਜਿਹੜੀ ਆ ਉਹ ਨਹੀਂ ਆਈ। 8-8 ਘੰਟੇ ਜਿਹੜੀ ਐਗਰੀਕਲਚਰ ਨੂੰ ਸੈਕਟਰ ਨੂੰ ਬਿਜਲੀ ਦੇਣੀ ਸੀਗੀ, ਉਹ 12-12 ਘੰਟੇ ਵੀ ਬਿਜਲੀ ਜਾਂਦੀ ਰਹੀ। ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਈ। ਇਹ ਜੋ ਬਾਦਲ ਸਾਹਿਬ ਕਹਿ ਰਹੇ ਨੇ ਬਿਲਕੁਲ ਸਰਾਸਰ ਝੂਠ ਆ। ਮੈਂ ਤੁਹਾਡੇ ਮੀਡੀਆ ਦੇ ਜ਼ਰੀਏ ਪੂਰੇ ਪੰਜਾਬ ਨੂੰ ਇਹ ਯਕੀਨ ਦਿਵਾਉਣਾ ਹੈ ਕਿ ਪੰਜਾਬ ਦੇ ਵਿੱਚ ਬਿਜਲੀ ਦੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਊਗੀ। ਜਿਸ ਤਰ੍ਹਾਂ ਪਿਛਲੀ ਵਾਰੀ ਬਿਜਲੀ ਦਿੱਤੀ ਆ, ਬਿਨਾਂ ਕਿਸੇ ਇੰਟਰਪਸ਼ਨ ਤੋਂ ਦਿੱਤੀ ਆ, ਇਸ ਤਰ੍ਹਾਂ ਵੀ ਬਿਜਲੀ ਜਿਹੜੀ ਆ ਅੱਗੇ ਵੀ ਐਵੇਂ ਚੱਲਦੀ। ਕਾਹਦੇ ਬਿੱਲ ਜੀ? ਬਿੱਲ ਤੇ ਆਉਂਦੇ ਨਹੀਂ। 600 ਯੂਨਿਟ ਬਿਜਲੀ ਫ੍ਰੀ ਦਿੱਤੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ, ਪਹਿਲੇ 3 ਮਹੀਨਿਆਂ ਦੇ ਵਿੱਚ ਦਿੱਤੀ। ਜਦੋਂ ਸਰਕਾਰ ਬਣੀ ਆ 1 ਜੁਲਾਈ ਤੋਂ ਅਸੀਂ ਆਪਣਾ ਪਹਿਲਾ ਵਾਅਦਾ
ਕੇਜਰੀਵਾਲ ਸਾਹਿਬ ਦੀ ਪਹਿਲੀ ਗਰੰਟੀ ਜਿਹੜੀ ਸੀਗੀ 600 ਯੂਨਿਟ ਬਿਜਲੀ ਫ੍ਰੀ ਦੇਣ ਦੀ ਪਹਿਲੇ 3 ਮਹੀਨਿਆਂ ਦੇ ਵਿੱਚ ਕੰਪਲੀਟ ਕਰਤੀ। ਅੱਜ ਪੰਜਾਬ ਦੇ ਵਿੱਚ 90% ਬਿਜਲੀ ਦੇ ਬਿੱਲ ਲੋਕਾਂ ਦੇ ਜਿਹੜੇ ਨੇ ਇਹ ਜ਼ੀਰੋ ਆ ਰਹੇ ਨੇ। ਸਬਸਿਡੀ ਅਸੀਂ ਪ੍ਰੋਪਰ ਜਿਹੜੀ ਆ ਉਹ ਪੇ ਕਰ ਰਹੇ ਆ PSPCL ਨੂੰ। ਜਿਹੜਾ ਇਹਨਾਂ ਨੇ ਕਰਜ਼ਾ ਛੱਡਿਆ ਸੀਗਾ, ਇਹਨਾਂ ਦਾ 9000 ਕਰੋੜ ਤੋਂ ਵੱਧ ਦਾ ਕਰਜ਼ਾ ਇਹ PSPCL ਨੂੰ ਛੱਡ ਕੇ ਗਏ ਨੇ। ਅਕਾਲੀ ਦਲ ਜਦੋਂ ਗਿਆ ਆ ਉਦੋਂ ਉਹਨਾਂ ਨੂੰ ਪੁੱਛਿਓ, ਤੁਸੀਂ ਸਾਨੂੰ ਸਵਾਲ ਕਰਨਾ ਸ਼ੁਰੂ ਕਰ ਦਿੰਦੇ ਹੋ ਵੀ ਬਾਦਲ ਸਾਹਿਬ ਨੇ ਇਹ ਕਿਹਾ। ਬਾਦਲ ਸਾਹਿਬ ਨੂੰ ਇਹ ਸਵਾਲ ਪੁੱਛਿਓ, ਜਿੱਦਣ ਤੁਹਾਡੀ ਸਰਕਾਰ ਗਈ ਸੀਗੀ ਉਦੋਂ ਤੁਹਾਡੀ ਕਿੰਨੀ ਸਬਸਿਡੀ ਸੀਗੀ ਜਿਹੜੀ ਤੁਸੀਂ PSPCL ਨੂੰ ਦੇਣੀ ਸੀ? ਜਦੋਂ ਚੰਨੀ ਸਾਹਿਬ ਦੀ ਸਰਕਾਰ ਗਈ ਕਿੰਨੀ ਸਬਸਿਡੀ ਛੱਡ ਕੇ ਗਏ ਸੀਗੇ ਜਿਹੜੀ PSPCL ਨੂੰ ਦੇਣੀ ਸੀਗੀ? ਅਸੀਂ ਇਹਨਾਂ ਦੀ ਜਿਹੜੀ ਸਬਸਿਡੀ ਆਪਣੀ ਤੇ ਅਸੀਂ ਦੇ ਹੀ ਰਹੇ ਹਾਂ, 600 ਯੂਨਿਟ ਦੀ ਵੀ ਦੇ ਰਹੇ ਹਾਂ, ਐਗਰੀਕਲਚਰ ਦੀ ਵੀ ਦੇ ਰਹੇ ਹਾਂ, ਇੰਡਸਟਰੀ ਦੀ ਵੀ ਦੇ ਰਹੇ ਹਾਂ। ਅਸੀਂ ਤੇ ਇਹਨਾਂ ਦੇ ਕਰਜ਼ੇ ਜਿਹੜੇ ਆ 9000 ਕਰੋੜ ਤੋਂ ਵੱਧ ਆ ਸੀਗੀਆਂ, ਉਹਦੀਆਂ ਵੀ 5 ਕਿਸ਼ਤਾਂ ਕਰ ਲਈਆਂ ਨੇ। 1800 ਕਰੋੜ ਰੁਪਈਆ ਉਹਦਾ ਪਲੱਸ 664 ਕਰੋੜ ਰੁਪਈਆ ਉਹਦੇ ਤੇ ਜਿਹੜਾ ਵਿਆਜ ਬਣਦਾ ਹੈ ਉਹ ਵੀ ਅਸੀਂ ਪਹਿਲੀ ਕਿਸ਼ਤ ਦੇ ਦਿੱਤੀ ਹੈ। 5 ਸਾਲ ਦੇ ਬਾਅਦ 5 ਸਾਲ ਤੱਕ ਅਸੀਂ ਇਹਨਾਂ ਦਾ ਵੀ ਜਿਹੜੀ ਸਬਸਿਡੀ ਜਿਹੜੀ ਇਹ ਛੱਡ ਕੇ ਗਏ ਨੇ, ਸਰਕਾਰ ਦੇ ਸਿਰ ਪਾ ਕੇ ਗਏ ਨੇ, ਆਪਣੀਆਂ ਐਸ਼ੋ ਪ੍ਰਸਤੀਆਂ ਕਰਦੇ ਰਹੇ ਨੇ, ਉਹ ਵੀ ਅਸੀਂ ਸਬਸਿਡੀ ਜਿਹੜੀ ਆ PSPCL ਨੂੰ ਦੇ ਕੇ ਪੂਰਾ ਮਜ਼ਬੂਤ ਬਣਾਵਾਂਗੇ। मेरा डिपार्टमेंट महिलाओं से जुड़ा हुआ है, तो उस गारंटी को पूरा करने के लिए हम कहाँ तक जा सकते हैं, इसके लिए हम शुरू से ही लगे हुए हैं। तो मेरी कोशिश ये है कि हम महिलाओं को डिवाइड कर लें उनके स्टेटस के हिसाब से। तो उसी तरह हमने कुछ डाटा कलेक्ट किया है, वो हम CM साहब के साथ मैं शेयर भी करूँगी। तो किस तरह महिलाओं को वो सुविधा देनी है वो पहले CM साहब के साथ मीटिंग करके और इस मान के चले मैम कि इस विधानसभा में फैसला हो जाएगा? अगर ये बात मैं कह सकती हूँ CM सर से मीटिंग के बाद, क्योंकि मैंने जो तैयार किया है मैंने सबसे नीचे स्तर की औरतों को लिया है। जैसे कि आप कह सकते हैं कि हमारी जो विधवा औरतें हैं या तलाकशुदा औरतें हैं या अकेली रह रही औरतें हैं, उनका डाटा मैंने कलेक्ट किया। और मेरी ये रिक्वेस्ट रहेगी CM साहब से कि पहल इन औरतों को दी जाए। मैम मोटा मोटा कितना डाटा है इसका? तकरीबन 1.5 लाख ऐसी औरतें हैं जो अकेली घर चला रही हैं। तो इस इसका टाइम बताना तो मुश्किल है, लेकिन मैं CM साहब से ये रिक्वेस्ट करूंगी कि इन औरतों को पहल देके शुरुआत इनसे की जाए। इसी बजट सत्र में चाहती हैं आप? मैं चाहती हूँ और कोशिश होगी कि लेके आए। और इसी कैबिनेट में आप इसको रखेंगे आंकड़े को? बिल्कुल बिल्कुल। गवर्नर पंजाब ने चल देखो एक इन्ना सेंसिटिव सूबा है साडा पंजाब, बॉर्डर का सूबा है। हर रोज़ पाकिस्तान की सीधे तौर मुदाखलत, ड्रोन्स के जरिए वैपन्स आ रहे हैं, ड्रोन्स के जरिए साढ़े हैरोइन आ रही है। लॉ एंड ऑर्डर की जो सिचुएशन तुहाडे सामने है, मैं अज भगवंत मान जी ने पूछना, मान साहब एक पासे तो तुसीं कहिंदे हो कि मैं दक्कन दे विचों या बॉम्बे दे विचों इंडस्ट्रीलिस्ट नूं बेनती कर रहे हैं कि पंजाब दे विच तुसीं इन्वेस्टमेंट करो। पंजाब इन्वेस्टमेंट करनगे किस तरह? तुहाडे एक्शनस ही इस किस्म दे ने ਜਿਹੜੇ ਆਪ ਹੀ ਜਵਾਬ ਦੇਈ ਜਾਂਦੇ ਉਹਨਾਂ ਨੂੰ। ਕੋਈ ਅਖਬਾਰਾਂ ਜਵਾਬ ਦੇਣ ਦੀ ਲੋੜ ਨਹੀਂ, ਜਾਂ ਟੀਵੀ ਦੇ ਜ਼ਰੀਏ ਲੋਕ ਨਹੀਂ। ਲੋਕਾਂ ਨੂੰ ਪਤਾ ਕਿ ਇੱਥੇ ਕਿਸੇ ਦੀ ਜ਼ਿੰਦਗੀ, ਕਿਸੇ ਦਾ ਮਾਲ ਮਹਿਫੂਜ਼ ਹੀ ਹੈ ਨਹੀਂ। ਜੇ ਤੁਹਾਡੀ ਧਰਮ ਪਤਨੀ 4 ਸਿਕਿਉਰਿਟੀ ਗਾਰਡ ਤੋਂ 40 ਗਾਰਡ ਨਾਲ ਰੱਖ ਸਕਦੀ, ਉਹਨੂੰ ਜੈਮਰ ਮਿਲ ਸਕਦਾ। It is a direct message to investors of Punjab, of who want to come into Punjab, ਜੋ ਇਹਨਾਂ ਦੇ ਕਹਿਣ ਮੁਤਾਬਕ ਕਿ ਜਿੱਥੇ ਚੀਫ ਮਿਨਿਸਟਰ 800 ਬੰਦਾ ਉਹਨੂੰ ਸੁਰੱਖਿਅਤ ਕਰ ਰਿਹਾ, ਉਹਨਾਂ ਦੀ ਘਰ ਦੀ ਨੂੰ 40 ਬੰਦੇ ਸੁਰੱਖਿਅਤ ਕਰ ਰਹੇ ਨੇ, ਉਹਨਾਂ ਦੀ ਮਾਤਾ ਜੀ, ਉਹਨਾਂ ਦੀ ਭੈਣ ਜੀ ਨੂੰ 25 ਬੰਦੇ ਸੁਰੱਖਿਅਤ ਕਰ ਰਹੇ ਨੇ। ਕਿਹੜਾ ਆਦਮੀ ਹੈ ਜਿਹਨੂੰ ਇਹ ਡਾਇਰੈਕਟਲੀ ਮੈਸੇਜ ਨਹੀਂ ਜਾ ਰਿਹਾ ਕਿ ਪੰਜਾਬ ਦੇ ਵਿੱਚ ਕੌਣ ਇੱਥੇ ਆਉਣਾ ਚਾਹੇਗਾ? ਕੋਈ ਦੱਸੇ ਤਾਂ ਸਹੀ ਕਿਹੜਾ ਆਉਣਾ ਚਾਹੁੰਦਾ। ਤੁਸੀਂ ਦੱਕਣ ਫਿਰਦੇ ਹੋ, ਲੁਧਿਆਣਾ ਸਾਰਾ ਯੋਗੀ ਸਾਹਿਬ ਦੇ ਕੋਲ ਬੈਠਾ ਉਹਨਾਂ ਦੇ ਦਰਬਾਰ ਦੇ ਵਿੱਚ। ਉਸ ਟੋਟਲੀ ਫਾਇਦ ਗੱਲ ਹੈ। ਮੈਂ ਹੈਰਾਨ ਹੈ ਇਸ ਗੱਲ ਦਾ। ਇਹ ਦਲੀਲ ਅਬੀਲ ਦੇਣੀ, ਵੇਖੋ ਆਨਰੇਬਲ ਗਵਰਨਰ ਇਸ ਦੀ ਕਨਸਟੀਟਿਊਸ਼ਨਲ ਹੈਡ, ਅਸੀਂ ਕੋਈ ਉਹਨਾਂ ਦੀ ਵਕਾਲਤ ਨਹੀਂ ਕਰਦੇ, ਬਟ ਇਹ ਕਨਸਟੀਟਿਊਸ਼ਨਲ ਹੈਡ ਹੈ। ਮੈਂ ਅੱਜ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ, ਉਹ ਮਾਨ ਸਾਹਿਬ ਸਹੁੰ ਤਾਂ ਤੁਸੀਂ ਇਸੇ ਗਵਰਨਰ ਦੇ ਹੱਥੀ ਚੁੱਕੀ, ਤੁਹਾਨੂੰ ਸਹੁੰ ਕਿਹਨੇ ਚੁਕਵਾਈ ਹੈ ਚੀਫ ਮਿਨਿਸਟਰ ਦੀ? ਕਿਉਂ ਦੱਸੋ ਰਾਜਵੀਰ? ਇਹਨਾਂ ਨੇ ਉਹਦੇ ਕੋਲ ਤਾਂ ਸਹੁੰ ਚੁੱਕ ਲਈ। ਹੁਣ ਉਸੇ ਨੂੰ ਕਹਿੰਦਾ ਮੈਂ ਤੈਨੂੰ ਕਨਸਟੀਟਿਊਸ਼ਨ ਹੈਡ ਹੀ ਨਹੀਂ ਮੰਨਦਾ, ਮੈਂ ਇਲੈਕਟਡ ਹਾਂ, ਤੂੰ ਸਿਲੈਕਟਡ ਹੈ।
तो मैं पूछना चाहना इलैक्टेड ते सिलैक्टेड कोलों आ जिहड़ा सैशन हुण गां आना ये तो सैनेटाइज प्रोरोग हो गया।